ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਾਡੇ ਚੈਨਲ ਤੇ ਸਾਰਿਆਂ ਦਾ ਸਵਾਗਤ ਹੈ ਜੀ। ਅੱਜ ਆਪਾਂ ਇੱਕ ਨਵੀਂ ਕਹਾਣੀ ਦੇ ਨਾਲ ਹਾਜ਼ਰ ਹਾਂ ਜੀ। ਕਹਾਣੀਕਾਰ ਨੇ ਬਲਵਿੰਦਰ ਸਿੰਘ ਭੁੱਲਰ। ਉਮੀਦ ਹੈ ਤੁਹਾਨੂੰ ਜ਼ਰੂਰ ਪਸੰਦ ਆਵੇਗੀ। ਆਓ ਸ਼ੁਰੂ ਕਰਦੇ ਹਾਂ। ਬਸ ਭੈਣੇ, ਬੱਲੂ ਤਾਂ ਦਿਨ ਰਾਤ ਨਸ਼ੇ ਨਾਲ ਟੁੰਨੀ ਰਹਿੰਦਾ। ਇਹਦੇ ਦਿਨ ਵੀ ਨੇੜੇ ਹੀ ਨੇ, ਬਾਲਾ ਚਿਰ ਨਹੀਂ ਕੱਟਦਾ। ਬਸ ਉਸ ਤੋਂ ਮਗਰੋਂ ਇਹਦੇ ਹਿੱਸੇ ਦਾ ਘਰ-ਬਾਰ, ਜ਼ਮੀਨ ਜਾਇਦਾਦ ਸਭ ਆਪਣੇ ਬੱਗੇ ਦੀ ਹੀ ਬਣ ਜੂ। ਇਹਦੀ ਮਾਂ ਤਾਂ ਜਦੋਂ ਦੀ ਨਿਕਲੀ ਆ ਕਦੇ ਇਹਨੂੰ ਮਿਲਣ ਵੀ ਨਹੀਂ ਆਈ। ਪਿਓ ਦੀ ਜਾਇਦਾਦ ਦਾ ਕੱਲਾ ਹੀ ਵਾਰਿਸ ਆ। ਇਸ ਤੋਂ ਮਗਰੋਂ ਸਭ ਕੁਝ ਆਪਣਾ ਹੀ ਆ। ਬੱਗੇ ਦੀ ਮਾਂ ਮਲਕੀਤ ਕੌਰ ਨੇ ਆਪਣੀ ਮਿਲਣ ਆਈ ਭੈਣ ਬਲਜੀਤ ਕੌਰ ਨੂੰ ਬੱਲੂ ਬਾਰੇ ਹੁੱਬ ਕੇ ਦੱਸਿਆ ਕਿ ਉਸਦੀ ਮੌਤ ਤੋਂ ਬਾਅਦ ਜ਼ਮੀਨ ਉਹਨਾਂ ਨੂੰ ਹੀ ਮਿਲ ਜੂ। ਨਾ ਨਹੀਂ ਚੰਦਰੀਏ, ਐ ਨਾ ਕਹਿ, ਫਿਰ ਵੀ ਰੱਬ ਦਾ ਬੰਦਾ ਆ। ਤੇਰੇ ਸਹੁਰੇ ਦਾ ਖੂਨ ਆ, ਰੱਬ ਤੋਂ ਡਰੀਏ। ਬੇਗਾਨੀ ਜਾਇਦਾਦ ਲਈ ਕਿਸੇ ਦੇ ਗੱਭਰੂ ਪੁੱਤ ਦੀ ਮੌਤ ਨਹੀਂ ਉਡੀਕਣੀ ਚਾਹੀਦੀ। ਬਲਜੀਤ ਕੌਰ ਨੇ ਆਪਣੀ ਭੈਣ ਨੂੰ ਸਮਝਾਇਆ। ਉਹ ਅਜੇ ਗੱਲਾਂ ਹੀ ਕਰ ਰਹੀਆਂ ਸਨ ਕਿ ਬੱਲੂ ਡਿੱਕ ਡੋਲੇ ਖਾਂਦਾ ਘਰੇ ਵੜਿਆ। ਉਸਦੇ ਕਮੀਜ਼ ਦੇ ਬਟਨ ਖੁੱਲੇ, ਪਜਾਮਾ ਪਾਟਿਆ ਵਾ, ਗਲ 'ਚ ਮੈਲਾ ਜਿਹਾ ਭਰਨਾ, ਜੋੜੇ ਲਿਬੜੇ ਹੋਏ, ਵਾਲ ਉਲਝੇ ਵੇ ਜਿਵੇਂ ਕਿਸੇ ਨਾਲ ਲੜ ਕੇ ਆਇਆ ਹੋਵੇ। ਜਾਬਾਂ ਅੰਦਰ ਵੜੀਆਂ ਹੋਈਆਂ। ਉਸਨੇ ਆਉਂਦਿਆਂ ਬਲਜੀਤ ਕੌਰ ਦੇ ਗੋਡੇ ਹੱਥ ਲਾਏ ਤੇ ਬੈਠ ਗਿਆ। ਬਲਜੀਤ ਨੇ ਉਸ ਵੱਲ ਗੌਰ ਨਾਲ ਵੇਖਿਆ ਤਾਂ ਉਸਨੂੰ ਲੱਗਿਆ ਕਿ ਮਲਕੀਤ ਕੌਰ ਠੀਕ ਹੀ ਕਹਿੰਦੀ ਸੀ। ਇਹਦੇ ਦਿਨ ਤਾਂ ਪੁੱਗੇ ਹੀ ਪਏ ਨੇ। ਲੱਗਦਾ ਜੇ ਆਹ ਹਾਲਤ ਰਹੀ ਤਾਂ ਇਹ 6 ਮਹੀਨੇ ਨਹੀਂ ਕੱਟਦਾ। ਕਹੇ ਜਾ ਕੜੀ ਵਰਗਾ ਗੱਭਰੂ ਨਿਖਰਦਾ ਹੁੰਦਾ ਸੀ। ਚੰਦਰੀ ਮਾਂ ਨੇ ਵੀ ਕੁਝ ਨਾ ਸੋਚਿਆ ਛੱਡ ਕੇ ਤੁਰਦੀ ਬਣੀ। ਜੇ ਬੰਦਾ ਨਹੀਂ ਸੀ ਰਿਹਾ, ਪੁੱਤ ਦੇ ਸਿਰ ਤੇ ਦਿਨ ਕੱਟ ਲੈਂਦੀ। ਹੋਰ 2 ਸਾਲਾਂ ਨੂੰ ਇਹਨੇ ਗੱਭਰੂ ਹੋ ਕੇ ਘਰ ਦਾ ਕੰਮ ਚੱਕ ਹੀ ਲੈਣਾ ਸੀ। ਸ਼ਰੀਕ ਤਾਂ ਕਹਿੰਦੇ ਨੇ ਮਿੱਟੀ ਦਾ ਵੀ ਮਾਨ ਨਹੀਂ ਹੁੰਦਾ। ਚਾਚਾ ਚਾਚੀ ਦਾ ਇਹ ਕੀ ਲੱਗਦਾ? ਇਹ ਤਾਂ ਇਹਦੀ ਮੌਤ ਉਡੀਕਦੇ ਨੇ। ਇਹ ਕਿਸੇ ਵੇਲੇ ਲੱਗੇ ਤੇ ਅਸੀਂ ਜ਼ਮੀਨ ਦੇ ਮਾਲਕ ਬਣੀਏ। ਕਿਹੇ ਜਾ ਕਲਯੁਗ ਦਾ ਜ਼ਮਾਨਾ ਆ ਗਿਆ, ਹੱਥ ਨੂੰ ਹੱਥ ਖਾਣ ਆਉਂਦਾ, ਕੋਈ ਆਪਦਾ ਨਹੀਂ ਰਿਹਾ। ਬਲਜੀਤ ਰੱਬ ਤੋਂ ਡਰਨ ਵਾਲੀ, ਧਾਰਮਿਕ ਵਿਚਾਰਾਂ ਦੀ ਧਾਰਨੀ ਔਰਤ ਸੀ। ਉਸਨੂੰ ਬੱਲੂ ਤੇ ਤਰਸ ਆਇਆ। ਵਿਚਾਰਾ ਯਤੀਮ। ਉਸਨੂੰ ਆਪਣੀ ਭੈਣ ਦਾ ਚਿਹਰਾ ਵੀ ਡੈਣ ਵਰਗਾ ਲੱਗਿਆ। ਉਹ ਇਦੋਂ ਘੱਟ ਵੀ ਨਹੀਂ। ਨਾ ਉਹ ਆਪਦੇ ਬੰਦੇ ਨੂੰ ਬੰਦਾ ਸਮਝਦੀ ਆ, ਉਹਨੂੰ ਸਿੱਧੇ ਮੂੰਹ ਨਹੀਂ ਬੋਲਦੀ। ਨਾ ਉਹ ਕਿਸੇ ਰਿਸ਼ਤੇਦਾਰ ਚ ਗੁਆਂਢੀ ਨਾਲ ਵਰਤਦੀ ਆ। ਜੇਠ ਦੇ ਮਰਨ ਤੇ ਜਠਾਣੀ ਦੇ ਨਿਕਲਣ ਤੇ ਉਹਨੂੰ ਘਰ ਮੋਕਲਾ ਲੱਗਦਾ ਤੇ ਜੇਠ ਦੇ ਪੁੱਤ ਦੀ ਮੌਤ ਉਡੀਕਦੀ ਆ। ਉਹ ਡੈਣ ਕੀ ਹੁੰਦੀ ਆ? ਉਹ ਅੰਦਰੇ ਅੰਦਰ ਸੋਚਾਂ ਵਿੱਚ ਡੁੱਬ ਗਈ। ਉਸਨੇ ਰਾਤ ਮਸਾਂ ਲੰਘਾਈ। ਅਗਲੇ ਦਿਨ ਉਹ ਬੱਸ ਚੜੀ ਤੇ ਆਪਣੇ ਪਿੰਡ ਜਾਣ ਦੀ ਬਜਾਏ ਧਨੌਲੇ ਜਾ ਉਤਰੀ, ਜਿੱਥੇ ਬੱਲੂ ਦੀ ਭੂਆ ਦਿਆਲੂ ਵਿਆਹੀ ਹੋਈ ਸੀ। ਬੱਲੂ ਦੀ ਚਾਚੀ ਦਾ ਸੁਭਾਅ ਹੀ ਇੰਨਾ ਅੜਬ ਸੀ। ਉਹ ਕਿਸੇ ਰਿਸ਼ਤੇਦਾਰ ਨਾਲ ਵਰਤਦੀ ਹੀ ਨਹੀਂ ਸੀ। ਇਸ ਕਰਕੇ ਦਿਆਲੂ ਵੀ ਕਦੇ ਆਪਣੇ ਪੇਕੀ ਨਹੀਂ ਸੀ ਆਈ। ਉਸਨੂੰ ਪਤਾ ਨਹੀਂ ਸੀ ਕਿ ਬੱਲੂ ਦੀ ਹਾਲਤ ਕਿਹੋ ਜਿਹੀ ਆ। ਬਲਜੀਤ ਕੌਰ ਨੇ ਹੀ ਦਿਆਲੂ ਨੂੰ ਦੱਸਿਆ ਕਿ ਬੱਲੂ ਨੂੰ ਨਸ਼ਿਆਂ ਦੀ ਲੱਤ ਲੱਗ ਗਈ ਆ। ਜੇ ਉਸਨੂੰ ਨਾ ਸਾਂਭਿਆ ਗਿਆ ਤਾਂ ਉਹ ਵਾਲਾ ਚਿਰ ਨਹੀਂ ਬਚਦਾ, ਕੁਝ ਮਹੀਨੇ ਹੀ ਕੱਟੂਗਾ। ਮੇਰੀ ਭੈਣ ਦਾ ਸੁਭਾਅ ਚੰਗਾ ਨਹੀਂ ਆ। ਉਹ ਤਾਂ ਉਹਨੂੰ ਆਪਦਾ ਸਮਝਦੀ ਹੀ ਨਹੀਂ। ਉਹਨੂੰ ਤਾਂ ਬੱਲੂ ਦੀ ਜ਼ਮੀਨ ਜਾਇਦਾਦ ਦਿੰਦੀ ਆ ਵੀ ਕਦੋਂ ਉਹਨਾਂ ਦੇ ਹੱਥ ਆਵੇ। ਲਾਲਚੀ ਬੰਦਿਆਂ ਨੂੰ ਕਿਸੇ ਨਾਲ ਮੋਹ ਨਹੀਂ ਹੁੰਦਾ। ਭੂਆ ਨੂੰ ਤਾਂ ਭਤੀਜੇ ਬਹੁਤ ਪਿਆਰੇ ਹੁੰਦੇ ਨੇ। ਤੇਰੇ ਵੱਡੇ ਭਰਾ ਦੀ ਨਿਸ਼ਾਨੀ ਆ। ਹੁਣ ਤੂੰ ਹੀ ਉਹਨੂੰ ਬਚਾ ਸਕਦੀ ਆ ਆਪਦੇ ਕੋਲ ਲੈ ਆ ਕੇ। ਉੱਤੇ ਰੱਬ ਦਾ ਦੇਖਦਾ, ਭਲਾ ਕਰਨ ਵਾਲੇ ਤੋਂ ਉਹ ਵੀ ਕੁਝ ਲੁਕੋ ਕੇ ਨਹੀਂ ਰੱਖਦਾ। ਬੱਲੂ ਦਰਮਿਆਨੀ ਕਿਸਾਨ ਨਾਲ ਜੁੜੇ ਪਰਿਵਾਰ ਵਿੱਚੋਂ ਸੀ। ਉਸੇ ਹਿੱਸੇ 5 ਏਕੜ ਜ਼ਮੀਨ ਸੀ। ਉਸਦੇ ਬਾਪੂ ਹੋਰੀ 2 ਹੀ ਭਰਾ ਸਨ, ਜੰਗੀਰ ਅਤੇ ਵੰਜੀਰ, ਜਿਨ੍ਹਾਂ ਚੋਂ ਉਸਦਾ ਬਾਪ ਜੰਗੀਰ ਵੱਡਾ ਸੀ। ਖੇਤੀ ਕਰਕੇ ਘਰ ਦਾ ਸੋਹਣਾ ਗੁਜ਼ਾਰਾ ਚਲਾਉਂਦਾ ਸੀ। ਬੰਤ ਕੌਰ ਵੀ ਘਰ ਦਾ ਕੰਮ ਕਰਦੀ, ਪਸ਼ੂ ਸਾਂਭਦੀ ਤੇ ਆਪਣੇ ਪਤੀ ਨਾਲ ਕੰਮ 'ਚ ਹੱਥ ਵਟਾਉਂਦੀ। ਵੰਜੀਰ ਕੰਮ ਘੱਟ ਹੀ ਕਰਦਾ ਸੀ ਤੇ ਉਸਦੀ ਘਰਵਾਲੀ ਮਲਕੀਤ ਕੌਰ ਤਾਂ ਗੱਲਾਂ ਬਾਤਾਂ ਨਾਲ ਹੀ ਦੂਜਿਆਂ ਨੂੰ ਉਂਗਲਾਂ ਤੇ ਨਚਾਉਂਦੀ ਸੀ। ਇਸ ਕਰਕੇ ਉਹ ਦੋਵਾਂ ਭਰਾਵਾਂ ਨੇ ਆਪਣੀ ਰੋਟੀ ਅੱਡ ਕਰ ਲਈ ਸੀ, ਪਰ ਖੇਤੀ ਇਕੱਠੀ ਹੀ ਰੱਖੀ ਹੋਈ ਸੀ। 5-6 ਸਾਲ ਪਹਿਲਾਂ ਜੰਗੀਰ ਝੋਨੇ ਨੂੰ ਪਾਣੀ ਲਾ ਰਿਹਾ ਸੀ ਤਾਂ ਉਸਦੀ ਖੇਤ ਮੋਟਰ ਦਾ ਕਰੰਟ ਲੱਗਣ ਨਾਲ ਮੌਤ ਹੋ ਗਈ ਸੀ। ਬੱਲੂ ਦੀ ਮਾਂ ਬੰਤ ਕੌਰ ਤਾਂ ਅਜੇ ਜਵਾਨੀ ਵਿੱਚ ਹੀ ਸੀ ਜਦੋਂ ਉਹ ਰੰਡੀ ਹੋ ਗਈ ਸੀ। ਉਹ ਬਣਦੀ ਠੰਡੀ ਔਰਤ ਸੀ, ਕੱਦ ਕਾਠ ਚੰਗਾ, ਭਰਮਾ ਸਰੀਰ, ਗੋਰਾ ਰੰਗ, ਤਿੱਖੇ ਨੈਣ ਨਕਸ਼ ਤੇ ਚੁਸਤ ਚਲਾਕ ਜਨਾਨੀ ਸੀ। ਵਜ਼ੀਰ ਤੇ ਮਲਕੀਤ ਕੌਰ ਦਾ ਸੁਭਾਅ ਚੰਗਾ ਨਾ ਹੋਣ ਕਰਕੇ ਉਸਨੂੰ ਲੱਗਿਆ ਕਿ ਉਸਦੇ ਦਿਨ ਇੱਥੇ ਰਹਿ ਕੇ ਸੁਖਾਲੇ ਨਹੀਂ ਲੰਘਣੇ। ਉਸਨੂੰ ਹੋਰ ਵਿਆਹ ਕਰਵਾਉਣ ਦਾ ਤਾਂ ਭਾਵੇਂ ਕੋਈ ਚਾਹ ਨਹੀਂ ਸੀ, ਨਾ ਹੀ ਜ਼ਰੂਰਤ ਸੀ, ਪਰ ਅਸਲ ਗੱਲ ਤਾਂ ਬਾਕੀ ਰਹਿੰਦੀ ਸੀ। ਉਹ ਆਪਣੀ ਦਰਾਨੀ ਦੀ ਨੌਕਰਾਨੀ ਬਣ ਕੇ ਆਪਣਾ ਜੀਵਨ ਨਿਰਵਾਹ ਉਸਦੇ ਆਸਰੇ ਕਰਨ ਦੀ ਬਜਾਏ ਇਹ ਘਰ ਛੱਡਣ ਬਾਰੇ ਸੋਚਣ ਲੱਗੀ। ਉਹ ਮਨ ਵਿੱਚ ਆਪਣਾ ਘਰ ਕਿਤੇ ਹੋਰ ਬਣ ਕੇ ਆਪਣੀ ਜ਼ਿੰਦਗੀ ਸੌਖੀ ਲੰਘਾਉਣ ਦੀ ਸੋਚ ਵਿੱਚ ਡੁੱਬੀ ਰਹਿੰਦੀ।
ਉਹਨਾਂ ਦਾ ਬਾਹਰਲਾ ਘਰ ਫੇਨੀ ਦੇ ਦੂਜੇ ਪਾਸੇ ਸੀ, ਜਿਸ ਦੀ ਬੈਠਕ ਵਿੱਚ ਇੱਕ ਆਰਐਮਪੀ ਡਾਕਟਰ ਨੇ ਦੁਕਾਨ ਖੋਲੀ ਹੋਈ ਸੀ। ਉਹ ਬਰਨਾਲੇ ਦਾ ਰਹਿਣ ਵਾਲਾ ਸੀ। ਉਸ ਦਾ ਕੰਮਕਾਜ ਚੰਗਾ ਚੱਲਦਾ ਸੀ, ਪਰ ਪਿੰਡ 'ਚ ਉਸਦੀ ਆਪਣੀ ਕੋਈ ਜ਼ਮੀਨ ਜਾਇਦਾਦ ਨਹੀਂ ਸੀ। ਬੱਲੂ ਦੀ ਮਾਂ ਬਾਹਰਲੇ ਘਰ ਪਸ਼ੂਆਂ ਨੂੰ ਹਰਾ ਚਾਰਾ ਪਾਉਣ, ਪਾਣੀ ਪਿਉਣ ਜਾਂ ਧੁੱਪੇ ਛਾਵੇਂ ਕਰਨ ਜਾਂਦੀ ਤਾਂ ਡਾਕਟਰ ਆਪਣੀ ਦੁਕਾਨ ਵਿੱਚ ਬੈਠਾ ਹੀ ਹੁੰਦਾ। ਬੰਦ ਕਰ ਹੌਲੀ-ਹੌਲੀ ਉਸਦੇ ਨੇੜੇ ਹੋਣ ਲੱਗੀ। ਗੱਲਾਂ ਬਾਤਾਂ, ਦੁੱਖ ਸੁੱਖ, ਲੈਣ ਦੇਣ ਤੋਂ ਵੱਧ ਉਹਨਾਂ ਦੇ ਸੰਬੰਧ ਗੂੜੇ ਹੀ ਬਣ ਗਏ। ਤਿਵੇਂ ਮਰਦੇ ਸੰਬੰਧਾਂ ਨੂੰ ਭਾਵੇਂ ਕਿੰਨਾ ਵੀ ਲੁਕੋਇਆ ਜਾਵੇ, ਪਰ ਇਹਨਾਂ ਦੀ ਭਾਫ ਗਿੱਲੀਆਂ ਪਾਥੀਆਂ ਦੇ ਧੂਏ ਵਾਂਗ ਉੱਡ ਪੈਂਦੀ ਆ। ਜਨਾਨੀਆਂ ਵਿੱਚੋਂ ਮੂੰਹੋਂ-ਮੂੰਹੀਂ ਇਹਨਾਂ ਸੰਬੰਧਾਂ ਦੀ ਗੁੱਜੀ ਜੀ ਚਰਚਾ ਹੋਣ ਲੱਗ ਪਈ, ਪਰ ਡਾਕਟਰ ਨੂੰ ਪਿੰਡ ਦੇ ਲੋਕ ਸਾਊ ਆਦਮੀ ਮੰਨਦੇ ਹੋਏ ਉਸ ਤੇ ਸ਼ੱਕ ਨਹੀਂ ਸਨ ਕਰਦੇ। ਕਈ ਸਾਲ ਉਸਨੂੰ ਇੱਥੇ ਕੰਮ ਕਰਦੇ ਨੂੰ ਹੋ ਗਏ ਸਨ, ਪਰ ਕਦੇ ਉਸਦੀ ਕੋਈ ਮਾੜੀ ਗੱਲ ਨਹੀਂ ਸੀ ਸੁਣੀ। ਉਸਦੇ ਹੱਥ ਜਜ਼ਬੇ ਸੀ। ਕੁੜੀਆਂ ਬੁੜੀਆਂ ਬੇਖੌਫ ਹੋ ਕੇ ਉਸ ਤੋਂ ਦਵਾਈ ਬੂਟੀ ਲੈਣ ਆਉਂਦੀਆਂ ਸਨ। ਬਸ ਉਦੋਂ ਹੀ ਪਤਾ ਲੱਗਾ ਜਦੋਂ ਬੱਲੂ ਨੂੰ ਛੱਡ ਕੇ ਉਸਦੀ ਮਾਂ ਬੰਦ ਕੌਰ ਰਾਤ ਨੂੰ ਡਾਕਟਰ ਨਾਲ ਨਿਕਲ ਗਈ ਸੀ। ਬੱਲੂ ਉਦੋਂ ਅਜੇ 12-13 ਸਾਲਾਂ ਦਾ ਹੀ ਸੀ। ਬੱਲੂ ਦੇ ਚਾਚਾ ਚਾਚੀ ਅੰਦਰੋਂ ਤਾਂ ਖੁਸ਼ ਸਨ, ਕਿਉਂ ਹੁਣ ਉਹਨਾਂ ਨੂੰ ਕੰਮ ਧੰਦਾ ਕਰਨ ਵਾਲਾ ਮੁਫਤ ਦਾ ਨੌਕਰ ਮਿਲ ਗਿਆ, ਜਿਹਦਾ ਹੋਰ ਕੋਈ ਨਹੀਂ ਹੈ। ਵਿਆਹ ਉਹਦਾ ਹੋਣ ਨਹੀਂ ਦਿੰਦੇ ਤੇ ਉਹਦੀ ਜਾਇਦਾਦ ਵੀ ਸੰਭਾਲਣਗੇ। ਉਹਨਾਂ ਉਤਲੇ ਮਨੋਂ ਥਾਣੇ ਰਪਟ ਲਿਖਵਾ ਦਿੱਤੀ ਤੇ ਲੱਭਣ ਦਾ ਡਰਾਮਾ ਜਿਹਾ ਵੀ ਕਰਦੇ ਰਹੇ। ਉਹਨਾਂ ਬੱਲੂ ਨੂੰ ਆਪਣੇ ਘਰ ਹੀ ਲੈ ਆਂਦਾ। ਉਸਦੀ ਵੀ ਚਾਚੇ ਦੇ ਘਰ ਜਾਣ ਦੀ ਮਜਬੂਰੀ ਬਣ ਗਈ ਸੀ। ਬਾਪ ਦੀ ਮੌਤ ਹੋ ਗਈ, ਮਾਂ ਛੱਡ ਕੇ ਅੰਤ ਅਸੀਂ ਥਾਂ ਤੁਰ ਗਏ। ਬੱਲੂ ਨੂੰ ਸੰਭਾਲਣ ਜਾਂ ਚੰਗੀ ਰਾਏ ਦੇਣ ਵਾਲਾ ਆਪਦਾ ਕੋਈ ਨਾ ਰਿਹਾ। ਪਿੰਡਾਂ ਦਾ ਮਾਹੌਲ ਹੀ ਅਜਿਹਾ ਹੁੰਦਾ ਸੀ ਕਿ ਜਵਾਕ ਸਕੂਲ ਵੱਲ ਮੂੰਹ ਕਰਨ ਤੋਂ ਡਰਦੇ ਹੁੰਦੇ ਸਾਂ। ਮਾਂ-ਬਾਪ ਨੇ ਬੱਲੂ ਨੂੰ ਪੜਨ ਲਾਇਆ ਹੋਇਆ ਸੀ, ਪਰ ਹੁਣ ਉਹਨੂੰ ਸਕੂਲ ਭੇਜਣ ਵਾਲਾ ਕੋਈ ਨਹੀਂ ਸੀ। ਉਹ ਸਕੂਲ ਤੋਂ ਗੈਰ-ਹਾਜ਼ਰ ਹੋਣ ਲੱਗ ਪਿਆ। ਚਾਚਾ ਚਾਚੀ ਤਾਂ ਇਹੀ ਚਾਹੁੰਦੇ ਸੀ ਕਿ ਸਕੂਲੋਂ ਹਟ ਜਾਵੇ ਤੇ ਉਹਨਾਂ ਦਾ ਕੰਮ ਕਰੇ। ਆਖਿਰ ਉਸਨੇ ਸਕੂਲ ਜਾਣਾ ਬੰਦ ਕਰ ਹੀ ਦਿੱਤਾ। ਹੁਣ ਘਰ ਦਾ ਕੰਮ ਕਰਦਾ, ਬਾਹਰਲੇ ਘਰੋਂ ਬਾਲਣ ਲਿਆ ਚੁੱਲ੍ਹੇ ਮੂਹਰੇ ਰੱਖਦਾ, ਖੇਤੋਂ ਪੱਠੇ ਲਿਆਉਂਦਾ, ਪਸ਼ੂਆਂ ਨੂੰ ਸਾਂਭਦਾ, ਡੈਰੀ ਵਿੱਚ ਦੁੱਧ ਪਾਉਂਦਾ, ਖੇਤ ਦਾ ਕੰਮ ਕਰਵਾਉਂਦਾ। ਕਿੰਨੇ ਹੋਰ ਕੰਮ ਸਨ ਘਰ ਦੇ ਜੋ ਉਹ ਕਰਦਾ ਰਹਿੰਦਾ। ਇਹ ਉਹ ਸਮਾਂ ਸੀ ਜਦੋਂ ਪਿੰਡਾਂ ਵਿੱਚ ਨਸ਼ਿਆਂ ਦਾ ਦੌਰ ਸ਼ੁਰੂ ਹੋ ਗਿਆ ਸੀ। ਉਹ ਮੁੰਡਿਆਂ ਕੋਲ ਬੈਠਦਾ, ਨਸ਼ੇ ਵੀ ਕਰਨ ਲੱਗ ਪਿਆ। ਚਾਚੀ ਨੂੰ ਆਂਢੀ ਗੁਆਂਢੀਆਂ ਨੇ ਦੱਸਿਆ। ਉਸਨੇ ਕਿਹਾ ਕਿ ਘਰੇ ਆਉਣ ਤੇ ਮੈਂ ਘੂਰ ਕੇ ਹਟਾਉਂ, ਪਰ ਅੰਦਰੋਂ ਤਾਂ ਚਾਹੁੰਦੀ ਸੀ ਕਿ ਉਹ ਨਸ਼ਈ ਬਣ ਜੇ ਤਾਂ ਚੰਗਾ, ਕੋਈ ਵਿਚੋਲਾ ਨਹੀਂ ਬਣੂ ਤੇ ਸਾਡੇ ਜੋਗਰਾ ਹੀ ਰਹਿ ਜਾਓ। ਜਦੋਂ ਕੋਈ ਰੋਕਣ ਵਾਲਾ ਹੀ ਨਹੀਂ ਸੀ, ਉਹ ਵਾਧਾ ਗਿਆ ਤੇ ਘੋਰ ਨਸ਼ਈ ਬਣ ਗਿਆ। ਹੁਣ ਉਸਦੀ ਸਿਹਤ ਦਿਨੋਂ ਦਿਨ ਵਿਗੜ ਰਹੀ ਸੀ। ਉਸਨੂੰ ਨਾ ਖਾਣ ਪੀਣ ਦਾ ਕੋਈ ਸ਼ੌਂਕ ਸੀ, ਨਾ ਪਹਿਨਣ ਦਾ। ਬਸ ਹਰ ਵਕਤ ਨਸ਼ੇ ਵਿੱਚ ਹੀ ਟੁੱਲ ਰਹਿੰਦਾ। ਉਹਦੀ ਸਿਹਤ ਹੁਣ ਬਹੁਤਾ ਚਿਰ ਲੰਘਾਉਂਦੀ ਨਹੀਂ ਸੀ ਲੱਗਦੀ। ਉਸਦੀ ਮਾੜੀ ਹਾਲਤ ਵੇਖ ਕੇ ਹੀ ਤਾਂ ਬਲਜੀਤ ਕੌਰ ਨੇ ਬੱਲੂ ਦੀ ਭੂਆ ਨੂੰ ਸਲਾਹ ਦਿੱਤੀ ਸੀ, ਜੇ ਬਚਾਇਆ ਜਾ ਸਕੇ ਤੇ ਉਹਦੇ ਭਰਾ ਜੰਗੀਰ ਦੀ ਅੰਸ਼ ਵੰਸ਼ ਚੱਲਦੀ ਰਹੇ। ਦਿਆਲੂ ਆਪਣੇ ਭਰਾ ਦੀ ਔਲਾਦ ਦੀ ਹਾਲਤ ਬਾਰੇ ਪਤਾ ਲੱਗ ਜਾਣ ਤੇ ਕਿਵੇਂ ਚੁੱਪ ਬੈਠ ਸਕਦੇ ਸੀ। ਉਹ ਭਾਵੇਂ ਕਈ ਸਾਲਾਂ ਤੋਂ ਪੇਕੀ ਨਹੀਂ ਗਈ ਸੀ, ਪਰ ਹੁਣ ਤਾਂ ਉਸਦੀ ਮਜਬੂਰੀ ਬਣ ਗਈ। ਉਹ ਆਪਦੇ ਪਤੀ ਨੂੰ ਨਾਲ ਲੈ ਕੇ ਦਿਆਲਪੁਰੇ ਪਹੁੰਚ ਗਈ। ਉਹਨੂੰ ਬੱਲੂ ਨੂੰ ਆਪਣੇ ਨਾਲ ਧਨੌਲੇ ਜਾਣ ਲਈ ਕਿਹਾ ਤਾਂ ਉਹ ਟਾਲ ਮਟੋਲ ਕਰਨ ਲੱਗਿਆ, ਕਿਉਂਕਿ ਉੱਥੇ ਉਸਨੂੰ ਨਸ਼ੇ ਵਾਲੇ ਸਾਥੀ ਨਹੀਂ ਸਨ ਮਿਲਦੇ। ਮਲਕੀਤ ਕੌਰ ਦਾ ਇਰਾਦਾ ਵੀ ਭੂਆ ਨਾਲ ਨਾ ਭੇਜਣ ਦਾ ਸੀ, ਕਿਉਂਕਿ ਬੱਲੂ ਦੇ ਜਾਣ ਤੋਂ ਬਾਅਦ ਸਾਰਾ ਘਰ ਦਾ ਕੰਮ ਉਸਨੂੰ ਹੀ ਕਰਨਾ ਪੈਣਾ ਸੀ। ਇਸ ਲਈ ਉਸਨੇ ਵੀ ਅੜਿੱਕਾ ਲਾਉਣ ਦਾ ਯਤਨ ਕੀਤਾ, ਪਰ ਭੂਆ ਨੇ ਜ਼ੋਰ ਪਾ ਕੇ ਉਹਨਾਂ ਨੂੰ ਮਨਾ ਹੀ ਲਿਆ ਤੇ ਬੱਲੂ ਨੂੰ ਨਾਲ ਲੈ ਕੇ ਧਨੌਲੇ ਪਹੁੰਚ ਗਈ। ਪਿੰਡ ਦੇ ਇੱਕ ਡਾਕਟਰ ਤੋਂ ਬੱਲੂ ਦਾ ਨਸ਼ੇ ਛੱਡਣ ਦਾ ਇਲਾਜ ਸ਼ੁਰੂ ਕਰਵਾ ਦਿੱਤਾ। ਉਸ ਆਪਦੇ ਪਿੰਡ ਵਾਲੇ ਨਸ਼ੇ ਵੇਲੀਆਂ ਨਾਲੋਂ ਨਾਤਾ ਟੁੱਟ ਗਿਆ। ਭੂਆ ਦਾ ਪਰਿਵਾਰ ਉਸਦੀ ਨਿਗਰਾਨੀ ਰੱਖਦਾ ਅਤੇ ਉਸਦੀ ਖੁਰਾਕ ਵੱਲ ਵਿਸ਼ੇਸ਼ ਧਿਆਨ ਦਿੰਦਾ। ਥੋੜੇ ਹੀ ਦਿਨਾਂ ਵਿੱਚ ਬੱਲੂ ਦਾ ਫਰਕ ਵਿਖਾਈ ਦੇਣ ਲੱਗਾ। 6-7 ਮਹੀਨੇ ਭੂਆ ਨੇ ਉਸਨੂੰ ਆਪਣੇ ਕੋਲ ਰੱਖਿਆ, ਉਸਦੇ ਨਸ਼ੇ ਛੁਡਾ ਦਿੱਤੇ। ਸਿਹਤ ਵਧੀਆ ਬਣ ਗਈ। ਫਿਰ ਉਸਨੂੰ ਬਿਠਾ ਕੇ ਵਧੀਆ ਜੀਵਨ ਬਤੀਤ ਕਰਨ, ਆਪਦਾ ਘਰ ਬੰਨਣ ਤੇ ਜ਼ਮੀਨ ਜਾਇਦਾਦ ਸੰਭਾਲਣ ਦੀਆਂ ਸਲਾਹਾਂ ਦਿੱਤੀਆਂ। ਬੱਲੂ ਬਚਪਨ ਤੋਂ ਹੀ ਸਿਆਣਾ ਤਾਂ ਬਹੁਤ ਸੀ, ਪਰ ਘਰ ਦੇ ਹਾਲਾਤਾਂ ਨੇ ਹੀ ਉਸਨੂੰ ਬਰਬਾਦੀ ਵੱਲ ਤੋੜ ਦਿੱਤਾ ਸੀ। ਹੁਣ ਉਹ ਸੰਭਲ ਗਿਆ ਤੇ ਉਸਨੇ ਜ਼ਿੰਦਗੀ ਭਰ ਨਸ਼ਿਆਂ ਤੋਂ ਦੂਰ ਰਹਿਣ ਦੀ ਸਹੁੰ ਖਾਧੀ ਤੇ ਆਪਣੇ ਪਿੰਡ ਆ ਗਿਆ। ਉਸਨੇ ਆਪਣੇ ਚਾਚੇ ਦੇ ਘਰ ਜਾਣ ਦੀ ਬਜਾਏ ਆਪਣਾ ਬੰਦ ਪਿਆ ਘਰ ਖੋਲਿਆ, ਚੁੱਲ੍ਹਾ ਚੌਂਤਰਾ ਸਵਾਰਿਆ, ਰਾਸ਼ਨ ਪਾਣੀ ਲਿਆਂਦਾ ਤੇ ਉਜੜਿਆ ਘਰ ਮੁੜ ਸੁਰਜੀਤ ਕਰਨ ਵੱਲ ਧਿਆਨ ਦਿੱਤਾ। ਤੇ ਕੁਰੀਤੀਆਂ ਤੇ ਮਾੜੇ ਕੰਮ ਛੱਡ ਕੇ ਨੌਜਵਾਨ ਮੁੜ ਸਿੱਧੇ ਰਸਤੇ ਆ ਜਾਵੇ ਤਾਂ ਉਸਦੀ ਜ਼ਿੰਦਗੀ ਸਖਾਮੀ ਰਾਹ ਤੁਰ ਹੀ ਪੈਂਦੀ ਆ। ਉਸ ਕੋਲ ਤਾਂ 4 ਸਿਆੜ ਵੀ ਸਨ, ਜਿਸ ਦੇ ਸਹਾਰੇ ਉਹ ਚੰਗਾ ਜੀਵਨ ਹੰਢਾ ਸਕਦਾ ਸੀ। ਉਹਨਾਂ ਦੇ ਘਰ ਤੋਂ 4 ਘਰਾਂ ਦੀ ਵਿੱਥ ਹੀ ਮਹਿਰਿਆਂ ਦਾ ਘਰ ਸੀ। ਉਸ ਪਰਿਵਾਰ ਦੀ ਮੁਖੀ ਪਰਸੀਨੀ ਮਾਹਿਰੇ ਬਹੁਤ ਚੰਗੀ ਔਰਤ ਸੀ, ਜੋ ਹਰੇਕ ਦਾ ਦੁੱਖ ਸੁੱਖ ਸਮਝਦੀ ਸੀ
ਤੇ ਆਪਦੀ ਸਮਰੱਥਾ ਮੁਤਾਬਿਕ ਮਦਦ ਕਰਨ ਦਾ ਯਤਨ ਵੀ ਕਰਦੀ ਸੀ। ਪਰ ਸਿੰਨੀ ਮਹਿਰੀ ਨੇ ਇੱਕ ਦਿਨ ਉਸਨੂੰ ਆਪਣੇ ਕੋਲ ਬੁਲਾ ਕੇ ਕਿਹਾ, ਬੱਲੂ, ਜੇ ਤੂੰ ਆਪਦਾ ਘਰ ਬਣਨਾ ਚਾਹੁੰਦਾ ਆ ਤਾਂ ਗੱਲ ਕਰਾਂ ਮੇਰੇ ਪੇਕੇ। ਪਿੰਡ ਇੱਕ ਲੜਕੀ ਆ, 8 ਪੜ੍ਹੀ ਵੀ ਆ, ਬਾਪ ਉਹਦਾ ਕੈਂਸਰ ਦਾ ਮਰੀਜ਼ ਆ, ਜ਼ਮੀਨ ਜਾਇਦਾਦ ਬਿਮਾਰੀ ਤੇ ਲੱਗ ਗਈ, ਦੇ ਦੂ ਤਾਂ ਉਹ ਕੁਛ ਨਹੀਂ ਸਕਦੇ, ਕੁੜੀ ਉਹ ਜੱਚਦੀ ਵੀ ਆ, ਤੇਰਾ ਘਰ ਬੱਜ ਜੂ, ਚੁੰਨੀ ਚੜਾਵਾ ਕਰਕੇ ਲੈ ਆਵਾਂਗੇ। ਤੂੰ ਕਿਸੇ ਕੋਲ ਗੱਲ ਨਾ ਕਰੀ, ਲੋਕ ਭਾਨੀ ਮਾਰ ਦਿੰਦੇ ਨੇ, ਜੇ ਸਲਾਹ ਬਣਦੀ ਆ ਤਾਂ ਦੱਸ ਦੇ। ਬੱਲੂ ਨੇ ਕਿਹੜਾ ਕਿਸੇ ਨਾਲ ਸਲਾਹ ਕਰਨੀ ਸੀ, ਘਰ ਬਣਨ ਦੀ ਉਸਨੂੰ ਜ਼ਰੂਰਤ ਵੀ ਸੀ। ਉਸਨੇ ਕਹਿ ਦਿੱਤਾ, ਤਾਈ ਹੋਰ ਕੀ ਚਾਹੀਦਾ ਆ, ਰੋਟੀ ਤਾਂ ਪੱਕਦੀ ਹੋ ਜੂ, ਮੇਰੇ ਵੱਲੋਂ ਤਾਂ ਹਾਂ ਹੀ ਆ, ਬਾਕੀ ਜਿਵੇਂ ਤੂੰ ਕਰੇਂਗੀ ਠੀਕ ਆ। ਪਰ ਸਿੰਨੀ ਅਗਲੇ ਦਿਨ ਆਪਣੇ ਪੇਕੀ ਅਕਲੀਏ ਗਈ ਤੇ ਕੁੜੀ ਦੇ ਬਾਪ ਨਾਲ ਗੱਲ ਕੀਤੀ। ਉਹ ਵੀ ਆਪਣੀ ਜ਼ਿੰਦਗੀ ਦੇ ਅਖੀਰਲੇ ਦਿਨਾਂ ਵਿੱਚ ਹੀ ਸੀ। ਉਸਨੇ ਕਿਹਾ, ਬੀਬੀ ਤੈਨੂੰ ਵੀ ਦਿੰਦਾ ਹੀ ਆ, ਮੇਰੀ ਜ਼ਿੰਦਗੀ ਹੁਣ ਬਹੁਤੀ ਨਹੀਂ ਆ, ਜੇ ਮੈਂ ਆਪਣੇ ਹੱਥੀ ਧੀ ਨੂੰ ਤੋੜ ਦੇਵਾਂ ਤਾਂ ਇਸ ਤੋਂ ਚੰਗਾ ਹੋਰ ਕੀ ਹੋ, ਮੈਂ ਆਪਣੀ ਸਿਰੋਂ ਭਾਰ ਲਾ ਕੇ ਸੌਖ ਨਾਲ ਜਾਵਾਂ, ਪਰ ਮੇਰੀ ਧੀ ਨੂੰ ਕੋਈ ਔਖ ਨਾ ਹੋਵੇ, ਉਹ ਸੌਖੀ ਰਹੀ। ਪਰ ਸਿੰਨੀ ਨੇ ਉਹਨਾਂ ਨੂੰ ਭਰੋਸਾ ਦਿੱਤਾ ਕਿ ਕੱਲਾ ਮੁੰਡਾ ਆ, 5 ਏਕੜ ਜ਼ਮੀਨ ਆ, ਵਧੀਆ ਕਮਾਈ ਕਰਦਾ, ਇਸ ਤੋਂ ਵਧੀਆ ਕੀ ਹੋ, ਨਾ ਸੱਸ ਨਾ ਨੰਦ ਨਾ ਹੀ ਦਰਾਣੀ ਜਠਾਣੀ, ਬਸ ਆਪਦਾ ਕਮਾਉਣਗੇ ਤੇ ਖਾਣਗੇ। ਦੀਪੀ ਦੇ ਬਾਪ ਨੂੰ ਵੀ ਸਾਰੀ ਗੱਲ ਜੱਚ ਗਈ। ਉਹਨਾਂ ਸਲਾਹ ਕਰਕੇ ਅਗਲੇ ਐਤਵਾਰ ਦਾ ਚੁੰਨੀ ਚੜਾਵਾ ਕਰਨ ਦਾ ਪ੍ਰੋਗਰਾਮ ਤੈਅ ਕਰ ਲਿਆ। ਪਿੰਡ ਆ ਕੇ ਪਰ ਸਿੰਨੀ ਨੇ ਬੱਲੂ ਨੂੰ ਤਿਆਰੀ ਕਰਨ ਲਈ ਕਹਿ ਦਿੱਤਾ ਤਾਂ ਤਿਆਰੀ ਵੀ ਕੀ ਕਰਨੀ ਸੀ, ਨਵੇਂ ਕੱਪੜੇ ਹੀ ਬਣਵਾਉਣੇ ਸਨ। ਬੱਲੂ ਦੇ ਚਾਚਾ ਚਾਚੀ ਆਂਢ ਗੁਆਂਢ ਸਭ ਤੋਂ ਇਹ ਗੱਲ ਭੇਤ ਬਣਾ ਕੇ ਹੀ ਰੱਖੀ ਗਈ। ਵਜਿਆ ਦਿਨ ਐਤਵਾਰ ਆਇਆ ਤਾਂ ਬੱਲੂ ਨੇ ਆਪਣੇ ਨਵੇਂ ਸਵਾਈ ਕੱਪੜੇ ਝੋਲੇ ਵਿੱਚ ਪਾਏ ਤੇ ਰਾਮਪੁਰੇ ਵਾਲੀ ਬੱਸ ਚੜ ਗਿਆ। ਪਰ ਸਿੰਨੀ ਵੀ ਰਾਮਪੁਰੇ ਪਹੁੰਚ ਗਈ। ਉੱਥੇ ਬੱਲੂ ਨੇ ਨਵੇਂ ਕੱਪੜੇ ਪਾ ਲਏ, ਸੰਦੂਰੀ ਪੱਗ ਬੰਨ ਲਈ, ਪਾਟੇ ਲਿਬੜੇ ਤੇ ਕੱਪੜਿਆਂ ਵਿੱਚ ਰਹਿਣ ਵਾਲਾ ਬੱਲੂ ਨੂੰ ਤਾਂ ਅਜਿਹਾ ਰੂਪ ਚੜਿਆ ਕਿ ਉਹ ਤਾਂ ਪਛਾਣ ਵਿੱਚ ਹੀ ਨਾ ਆਵੇ। ਪਰ ਸਿੰਨੀ ਨੇ ਉਸਨੂੰ ਵੇਖ ਕੇ ਧਰਤੀ ਤੇ ਥੁੱਕਿਆ ਵੀ ਨਜ਼ਰ ਨਾ ਲੱਗ ਜੇ। ਉੱਥੋਂ ਉਹਨਾਂ ਕਾਰ ਕਿਰਾਏ ਤੇ ਕਰਵਾਈ ਤੇ ਅਕਲੀਏ ਪਹੁੰਚ ਗਏ। ਦੀਪੀ ਦੇ ਮਾਂ-ਬਾਪ ਬੱਲੂ ਨੂੰ ਵੇਖ ਕੇ ਖੁਸ਼ ਹੋ ਗਏ। ਉਸਦਾ ਕੱਦ-ਕਾਠ ਵੀ ਦੀਪੀ ਨਾਲ ਮੇਲ ਖਾਂਦਾ ਸੀ, ਸ਼ਰਾਫਤ ਵੀ ਉਸਦੇ ਚਿਹਰੇ ਤੇ ਸਾਫ਼ ਝਲਕਦੀ ਸੀ। ਦੀਪੀ ਦੇ ਮਾਂ-ਬਾਪ ਨੇ ਆਪਣੇ ਸ਼ਰੀਕੇ ਵਾਲੇ 5 ਪਰਿਵਾਰਾਂ ਦੇ ਮੈਂਬਰ ਬੁਲਾ ਲਏ ਤੇ ਚੁੰਨੀ ਚੜਾਵਾ ਕਰ ਦਿੱਤਾ। ਬਾਪ ਨੇ ਆਪਣੇ ਹੱਥੀ ਧੀ ਦਾ ਪੱਲਾ ਬੱਲੂ ਦੇ ਹੱਥ ਫੜਾਇਆ, ਚਾਹ ਪਾਣੀ ਪਿਲਾ ਕੇ ਦੀਪੀ ਨੂੰ ਵਿਦਾ ਕਰ ਦਿੱਤਾ। ਬੱਲੂ ਦੇ ਚਾਚਾ ਚਾਚੀ ਤੇ ਆਂਢੀ ਗੁਆਂਢੀਆਂ ਨੂੰ ਤਾਂ ਉਦੋਂ ਹੀ ਪਤਾ ਲੱਗਿਆ ਜਦ ਕਾਰ ਦਿਆਲਪੁਰੇ ਉਹਨਾਂ ਦੇ ਘਰ ਮੁਰੇ ਆ ਰੁਕੀ। ਘਰ ਵਿੱਚ ਬੱਲੂ ਤੋਂ ਬਗੈਰ ਹੋਰ ਕੋਈ ਮੈਂਬਰ ਨਹੀਂ ਸੀ, ਰਿਸ਼ਤੇਦਾਰ ਉਹਨਾਂ ਬੁਲਾਏ ਨਹੀਂ ਸਨ, ਆਂਢ ਗੁਆਂਢ ਤੋਂ ਪਰਦਾ ਰੱਖਿਆ ਗਿਆ ਸੀ। ਫੇਰ ਨਾ ਦੀਪੀ ਨੂੰ ਲਾਉਣ ਵਾਲੀਆਂ ਕੁੜੀਆਂ ਸਨ ਤੇ ਨਾ ਹੀ ਪਾਣੀ ਵਾਰਨ ਵਾਲੀ ਕੋਈ ਔਰਤ। ਬੱਲੂ ਨੇ ਆਪ ਹੀ ਉਸਦਾ ਹੱਥ ਫੜਿਆ ਤੇ ਅੰਦਰ ਲਿਜਾ ਕੇ ਚਾਦਰ ਵਿਛਾਈ ਵਾਲੇ ਪਲੰਗ ਤੇ ਬਿਠਾ ਦਿੱਤਾ। ਕੱਚੀ 4 ਦੀਵਾਰੀ ਪਿੱਛੇ ਸਵਾਤ ਤੇ ਉਸਦੇ ਮੂਰੇ ਬਰਾਂਡਾ, ਸਵਾਤ ਵਿੱਚ ਇੱਕ ਪਾਸੇ ਬੱਲੂ ਦੀ ਮਾਂ ਦੀ ਪੇਟੀ ਪਈ, ਜਿਸ ਉੱਪਰ ਟੋਕਰਾ, 2 ਪੀਪੀਆਂ ਤੇ ਹੋਰ ਪਈ। ਨਿੱਕ ਸੁੱਕ ਤੋਂ ਇਉਂ ਲੱਗਦਾ ਜਿਵੇਂ ਪੇਟੀ ਨੂੰ ਖੋਲਿਆਂ 20 ਸਾਲਾਂ ਦਾ ਸਮਾਂ ਹੋ ਗਿਆ ਹੋਵੇ। ਇੱਕ ਪਾਸੇ ਬਣਾਏ ਟੰਗੜੇ ਤੇ ਗੰਦੈਲੇ ਖੇਸ ਚਾਦਰਾਂ ਲਮਕ ਰਹੀਆਂ ਸਨ। ਕੰਧ ਨਾਲ ਖੜੇ ਸੂਤ ਤੇ ਬੰਨ੍ਹਦੇ ਮੰਜੇ, ਦੂਜੇ ਪਾਸੇ ਇੱਕ ਟੁੱਟੀ ਲੱਤ ਵਾਲੀ ਕੁਰਸੀ ਤੇ ਸਟੂਲ। ਪਲੰਗ ਤੇ ਬੈਠੀ ਦੀਪੀ ਨੇ 4 ਚੁਫੇਰੇ ਨਿਗਾਹ ਮਾਰੀ। ਇੱਕ ਵਾਰ ਤਾਂ ਉਸਨੂੰ ਖਿਆਲ ਆਇਆ ਕਿ ਮੇਰਾ ਬਾਪ ਭਾਵੇਂ ਭਿਆਨਕ ਬਿਮਾਰੀ ਚੱਲ ਰਿਹਾ ਹੈ, ਘਰ ਦੀ ਹਾਲਤ ਗਰੀਬੀ ਵਾਲੀ ਬਣ ਚੁੱਕੀ ਆ, ਪਰ ਫਿਰ ਵੀ ਪੇਕੇ ਘਰ ਇੰਨੀ ਉਦਾਸੀ ਤੇ ਮਾੜੀ ਹਾਲਤ ਤਾਂ ਨਹੀਂ। ਫਿਰ ਉਸਨੂੰ ਖਿਆਲ ਆਇਆ ਕਿ ਤੀਵੀਂ ਬਗੈਰ ਕਾਹਦਾ ਘਰ ਹੁੰਦਾ, ਨਾ ਮਾਂ, ਨਾ ਕੋਈ ਭੈਣ, ਨਾ ਹੀ ਪਤਨੀ, ਫਿਰ ਘਰ ਨੂੰ ਕੌਣ ਸੰਭਾਲਦਾ। ਇਹ ਹਾਲਤ ਤਾਂ ਹੋਣੀ ਹੀ ਸੀ। ਉਸਨੇ ਸੋਚਿਆ, ਮੇਰੀ ਕਿਸਮਤ ਵੀ ਤਾਂ ਬੱਲੂ ਨਾਲ ਬਹੁਤੀ ਚੰਗੀ ਨਹੀਂ ਲੱਗਦੀ। ਮਾਂ-ਬਾਪ ਨੇ ਚਾਵਾਂ ਨਾਲ ਪਾਲਿਆ ਪੜਾਇਆ ਤੇ ਮੇਰੇ ਲਈ ਬੜੀਆਂ ਉਮੀਦਾਂ ਪਾਲੀਆਂ, ਪਰ ਹੁਣ ਜਦ ਵਿਆਹ ਹੋਇਆ ਤਾਂ ਮਾਪਿਆਂ ਨੇ ਮਜਬੂਰੀ ਬਸ ਖਾਲੀ ਹੱਥ ਘਰੋਂ ਵਿਦਾ ਕਰਤੀ। ਸਹੁਰੇ ਘਰ ਪਹੁੰਚੀ ਤਾਂ ਨਾ ਕੋਈ ਮੈਨੂੰ ਗੱਡੀ 'ਚੋਂ ਉਤਾਰਨ ਵਾਲੀ ਤੇ ਨਾ ਹੀ ਪਾਣੀ ਵਾਰਨ ਵਾਲੀ। ਇਹ ਸੋਚ ਕੇ ਉਸਦੀਆਂ ਅੱਖਾਂ ਵਿੱਚੋਂ ਹੱਥਰੂ ਵਗਣ ਤੁਰੇ। ਇੰਨੇ ਨੂੰ ਬੱਲੂ ਦੁੱਧ ਦੇ 2 ਗਲਾਸ ਤੇ ਖਾਣ ਲਈ ਮਠਿਆਈ ਥਾਲ ਵਿੱਚ ਰੱਖ ਕੇ ਲੈ ਆਇਆ। ਦਿਸਿਆ ਤਾਂ ਦੀਪੀ ਨੇ ਚੁੰਨੀ ਦੇ ਲੜ ਨਾਲ ਅੱਖਾਂ ਪੂੰਝੀਆਂ। ਦੀਪੀ, ਤੂੰ ਪੜ੍ਹੀ ਲਿਖੀ ਆਂ ਤੇ ਸਿਆਣੀ ਆਂ, ਅੱਜ ਆਪਣਾ ਸ਼ਗਨਾਂ ਦਾ ਦਿਨ ਆ, ਤੂੰ ਰੋ ਕਿਉਂ ਰਹੀ ਆਂ? ਮੈਂ ਸਮਝਦਾ ਹਾਂ ਕਿ ਮਾਪਿਆਂ ਦਾ ਵਿਛੋੜਾ ਹਰ ਕੁੜੀ ਨੂੰ ਹਲੂਣਾ ਤਾਂ ਦਿੰਦਾ ਆ, ਪਰ ਮੈਂ ਤੇਰੀ ਹਰ ਇੱਛਾ ਪੂਰੀ ਕਰੂੰਗਾ, ਐਵੇਂ ਦਿਲ ਨਾ ਹੌਲਾ ਕਰ। ਬੱਲੂ ਨੇ ਉਸ ਕੋਲ ਪਲੰਗ ਤੇ ਬੈਠਦੇ ਉਸਨੂੰ ਕਲਾਵੇ ਵਿੱਚ ਲੈ ਕੇ ਦਿਲ ਧਰਾਇਆ। ਨਹੀਂ ਜੀ, ਵਿਛੋੜੇ ਵਾਲੀ ਗੱਲ ਨਹੀਂ, ਮੈਂ ਤਾਂ ਤੇਰਾ ਘਰ ਵੇਖ ਕੇ ਹੀ ਉਦਾਸ ਜੀ ਹੋ ਗਈ। ਦੀਪੀ ਨੇ ਆਪਣੀ ਅੰਦਰਲੀ ਗੱਲ ਬਾਹਰ ਕੱਢੀ। ਕਿਉਂ, ਕੀ ਹੋਇਆ ਆਪਣੇ ਘਰ ਨੂੰ? ਵਾਖਰੂ ਦਾ ਦਿੱਤਾ ਸਭ ਕੁਝ ਆ, ਆਪਣੇ ਉਦਾਸ ਨਹੀਂ ਹੋਈਦਾ। ਬੱਲੂ ਨੇ ਹੌਸਲਾ ਦਿੱਤਾ। ਨਹੀਂ, ਇਉਂ ਨਹੀਂ, ਘਰ ਵਿੱਚ ਨਾ ਕੋਈ ਔਰਤ, ਨਾ ਤੇਰੇ ਬਗੈਰ ਹੋਰ ਕੋਈ ਮੈਂਬਰ। ਮੈਂ ਪਹਿਲੇ ਦਿਨ ਸਹੁਰੇ ਪਹੁੰਚੀ ਤਾਂ ਮੈਨੂੰ ਨਾ
ਕਿਸੇ ਨੇ ਗੱਡੀ 'ਚੋਂ ਉਤਾਰਿਆ ਨਾ ਬਿਠਾਇਆ ਤੇ ਨਾ ਹੀ ਕਿਸੇ ਨੇ ਚਾਹ ਪਾਣੀ ਪੁੱਛਿਆ। ਇਹ ਸਭ ਕੁਝ ਤੈਨੂੰ ਹੀ ਕਰਨਾ ਪਿਆ। ਦੀਪੀ ਨੇ ਇਹ ਕਹਿ ਕੇ ਆਪਣਾ ਮਨ ਹੌਲਾ ਕੀਤਾ। ਹੈ ਕਮਲੀ, ਇਨਸਾਨ ਨੂੰ ਉਦਾਸ ਨਹੀਂ ਹੋਣਾ ਚਾਹੀਦਾ, ਸਗੋਂ ਦੁੱਖਾਂ ਤਕਲੀਫਾਂ ਹਾਲਾਤਾਂ ਦਾ ਮੁਕਾਬਲਾ ਕਰਨਾ ਚਾਹੀਦਾ ਆ। ਹੁਣ ਤੂੰ ਆ ਗਈ ਹੈ ਨਾ, ਘਰ ਨੂੰ ਸੰਭਾਲ ਲਵੇਂਗੀ। ਔਰਤਾਂ ਵੀ ਘਰ ਵਿੱਚ ਆਇਆ ਕਰਨਗੀਆਂ, ਘਰ ਵੀ ਸਾਫ਼ ਸੁਥਰਾ ਹੋ ਜਾਊ, ਬੱਚੇ ਵੀ ਹੋ ਜਾਣਗੇ, ਰੌਣਕ ਵੀ ਹੋ ਜਾਊ। ਮੈਂ ਕਮਾਈ ਕਰਕੇ ਤੈਨੂੰ ਕੋਈ ਤੋੜ ਨਹੀਂ ਰਹਿਣ ਦਿੰਦਾ ਤੇ ਤੂੰ ਘਰ ਨੂੰ ਸੰਭਾਲ ਲੈ। ਬਲੂ ਨੇ ਉਸਨੂੰ ਆਪਣੀ ਛਾਤੀ ਨਾਲ ਘੁੱਟ ਕੇ ਲਗਾਉਂਦਿਆਂ ਚੰਗੇ ਦਿਨਾਂ ਦੀ ਆਸ ਬੰਨਾਈ ਗੱਲਾਂ ਕਰਦੀ। ਦੀਪੀ ਦੀ ਨਿਗਾਹ ਪਲੰਘ ਕੋਲ ਪਈ, ਸਟੂਲ ਵੱਲ ਪਈ ਤਾਂ ਉਸ ਉੱਤੇ ਫਰੇਮ ਵਿੱਚ ਜੜੀ ਰੇਤੇ ਨਾਲ ਭਰੀ ਹੋਈ ਔਰਤ ਦੀ ਤਸਵੀਰ ਪਈ ਸੀ, ਜਿਸ ਨੂੰ ਵੇਖਦੇ ਉਸਨੇ ਅੰਦਾਜ਼ਾ ਲਾਇਆ ਕਿ ਬਲੂ ਦੀ ਮਾਂ ਦੀ ਹੀ ਹੋ ਸਕਦੀ ਆ। ਉਸਨੇ ਉਹ ਫੋਟੋ ਚੁੱਕੀ ਤੇ ਆਪਣੀ ਚੁੰਨੀ ਨਾਲ ਹੀ ਸਾਫ਼ ਕਰਕੇ ਉਸ ਨੂੰ ਗੌਰ ਨਾਲ ਵੇਖਿਆ। ਹਾਂਜੀ, ਇਹ ਫੋਟੋ ਤੇਰੀ ਮਾਤਾ ਜੀ ਦੀ ਆ? ਦੀਪੀ ਨੇ ਉਤਸੁਕਤਾ ਨਾਲ ਪੁੱਛਿਆ। ਨਹੀਂ ਦੀਪੀ, ਇਹ ਤਾਂ ਮੈਨੂੰ ਜਨਮ ਦੇਣ ਵਾਲੀ ਜਨਾਨੀ ਦੀ ਆ। ਬੇਵਫਾ ਔਰਤ, ਬੇਦਰਦ। ਬਲੂ ਨੇ ਸੁੱਤੇ ਸਵਾਹੀ ਜਵਾਬ ਦੇ ਦਿੱਤਾ। ਇਹ ਤੂੰ ਕੀ ਕਹਿ ਰਿਹਾ ਆ? ਇਹ ਜਨਮ ਤਾਂ ਮਾਂ ਹੀ ਦਿੰਦੀ ਆ ਤੇ ਆਪਣੀ ਔਲਾਦ ਨੂੰ ਪਾਲਦੀ ਪੋਸਦੀ ਵੀ ਆ। ਤੂੰ ਇੰਨੀ ਰੁੱਖੀ ਭਾਸ਼ਾ ਵਰਤ ਰਹੀ ਆ ਮਾਂ ਬਾਰੇ। ਦੀਪੀ ਨੇ ਮਾਂ ਦਾ ਅਰਥ ਸਮਝਾਉਂਦਿਆਂ ਬਲੂ ਨੂੰ ਟੋਣਾ ਚਾਹਿਆ। ਦੀਪੀ, ਮਾਂ ਹੁੰਦੀ ਤਾਂ ਮੈਨੂੰ ਬੇਗਾਨੇ ਵੱਸ ਛੱਡ ਕੇ ਕਿਸੇ ਹੋਰ ਨਾਲ ਨਾ ਨਿਕਲਦੀ। ਉਹ ਮੈਨੂੰ ਪਾਲਦੀ, ਅੱਜ ਤੇਰੇ ਸਿਰ ਤੋਂ ਪਾਣੀ ਵਾਰ ਕੇ ਪੀਂਦੀ, ਮੈਂ ਵੀ ਉਸਦੀ ਸੇਵਾ ਕਰਦਾ। ਬੱਲੂ ਤੋਂ ਸੱਚ ਛੁਪਾਇਆ ਨਾ ਗਿਆ। ਦੇਖੋ ਜੀ, ਕੋਈ ਮਾਂ ਇਹੋ ਜਿਹੀ ਨਹੀਂ ਹੁੰਦੀ ਜੋ ਆਪਦੇ ਪੁੱਤ ਨੂੰ ਬੇਸਹਾਰੇ ਛੱਡ ਕੇ ਕਿਤੇ ਹੋਰ ਤੁਰ ਜੇ। ਅਜਿਹਾ ਕਰਨ ਵੇਲੇ ਔਰਤ ਨੂੰ ਦਿਲ ਤੇ ਪੱਥਰ ਧਰਨਾ ਪੈਂਦਾ, ਉਹਦੀ ਕੀ ਮਜਬੂਰੀ ਸੀ, ਇਹ ਤਾਂ ਉਹੀ ਜਾਣਦੀ ਆ। ਦੀਪੀ ਨੇ ਔਰਤ ਹਿਰਦੇ ਦੀ ਭਾਵਨਾ ਪ੍ਰਗਟ ਕੀਤੀ। ਨਹੀਂ ਦੀਪੀ, ਐਡੀ ਗੱਲ ਨਹੀਂ ਸੀ। 5-7 ਸਾਲਾਂ ਦੀ ਔਖ ਸੀ, ਮੈਂ ਗੱਭਰੂ ਹੋ ਕੇ ਘਰ ਸੰਭਾਲ ਹੀ ਲੈਣਾ ਸੀ। ਘਰ ਦਾ ਅੱਜ ਵਾਲਾ ਹਾਲ ਤਾਂ ਨਾ ਹੁੰਦਾ। ਬੱਲੂ ਨੇ ਘਰ ਖਰਾਬ ਹੋਣ ਦਾ ਦੁੱਖ ਜ਼ਾਹਿਰ ਕੀਤਾ। ਇਹ ਗੱਲ ਤਾਂ ਉਹ ਵੀ ਸਮਝਦੀ ਹੀ ਹੋਊਗੀ। ਵਕਤ ਉਮਰੀ ਪਰ ਲੋਕ ਹੀ ਇਹੋ ਜਿਹੇ ਨੇ ਕਿ ਰੰਡੇਬਾ ਨਹੀਂ ਕੱਟਣ ਦਿੰਦੇ। ਆਪਦਾ ਵਾਸਤਾ ਰਸਤਾ ਘਰ ਛੱਡਣ ਨੂੰ ਕਿਹਦਾ ਜੀ ਕਰਦਾ। ਦੀਪੀ ਨੇ ਸਮਾਜ ਦੀਆਂ ਕੁਰੀਤੀਆਂ ਤੋਂ ਉਗਲ ਰੱਖੀ। ਦੀਪੀ, ਇਹ ਗੱਲ ਛੋਟੀ ਨਹੀਂ ਆ। ਮੇਰੇ ਦਿਲ ਨੂੰ ਪੁੱਛ, ਜਦੋਂ ਕੋਈ ਮਾਂ ਦੀ ਗੱਲ ਕਰਦਾ ਤਾਂ ਦਿਲ ਤੇ ਕੀ ਬੀਤਦੀ ਆ। ਮੇਰਾ ਸਿਰ ਆਪਣੇ ਆਪ ਨੀਵਾਂ ਹੋ ਜਾਂਦਾ, ਮੇਰਾ ਹੰਕਾਰ ਟੁੱਟ ਜਾਂਦਾ, ਮੈਨੂੰ ਮੇਰੀ ਜਵਾਨੀ ਬੇਕਾਰ ਲੱਗਣ ਲੱਗ ਜਾਂਦੀ ਆ, ਮੈਨੂੰ ਮੇਰਾ ਸੰਸਾਰ ਉਜੜਿਆ ਦਿਸਣ ਲੱਗ ਜਾਂਦਾ। ਬੱਲੂ ਨੇ ਇੱਕੋ ਸਾਹੇ ਕਹਿੰਦਿਆਂ ਦਿਲ ਦਾ ਗੁੱਬ ਘਰਾਟ ਕੱਢਿਆ। ਦੀਪੀ ਇੱਕਦਮ ਬੱਲੂ ਦੇ ਕਲਾਵੇ ਚੋਂ ਨਿਕਲ ਕੇ ਖੜੀ ਹੋ ਗਈ। ਮੈਂ ਹੁਣ ਤੈਨੂੰ ਨਾ ਮਾਂ ਦੀ ਕਮੀ ਰਹਿਣ ਦਊਂਗੀ, ਨਾ ਪਤਨੀ, ਨਾ ਕਿਸੇ ਹੋਰ ਮੈਂਬਰ ਦੀ। ਮੈਂ ਵਸਾਊਂ ਤੇਰਾ ਸੰਸਾਰ। ਇਹ ਕਹਿੰਦੇ ਹੋਏ ਰਸੋਈ ਵਿੱਚ ਜਾ ਕੇ ਭਾਂਡੇ ਸਾਫ਼ ਕਰਨ ਲੱਗ ਪਈ। ਧੰਨਵਾਦ ਜੀ ਸਾਰਿਆਂ ਦਾ ਅੱਜ ਦੀ ਇਹ ਕਹਾਣੀ ਸੁਣਨ ਦੇ ਲਈ। ਕਮੈਂਟ ਕਰਕੇ ਜਰੂਰ ਦੱਸਿਓ ਜੀ ਇਹ ਕਹਾਣੀ ਤੁਹਾਨੂੰ ਕਿਵੇਂ ਲੱਗੀ। ਮਿਲਦੇ ਹਾਂ ਜੀ ਕੱਲ ਇੱਕ ਨਵੀਂ ਕਹਾਣੀ ਦੇ ਨਾਲ। ਉਦੋਂ ਤੱਕ ਲਈ ਇਜਾਜ਼ਤ ਦਿਓ।